1983 ਤੋਂ ਪ੍ਰੋਫੈਸ਼ਨਲ ਤਰੀਕੇ ਨਾਲ ਦਫ਼ਤਰਾਂ ਵਿੱਚ ਫੋਨ ਸਿਸਟਮ ਸੈਟਅਪ ਕਰਨ ਲਈ ਐਨਸੈਟਲ ਇੱਕ ਮੰਨਿਆ ਪਰਮੰਨਿਆ ਨਾਂ ਹੈ। Panasonic surveillance cameras, computers ਤੇ ਟੈਲੀਫੋਨ ਕੇਬਲਿੰਗ, ਕਾਲ ਸੈਂਟਰ ਸੋਲੂਸ਼ਨਜ਼, ਕਾਨਫਰੰਸ ਫੋਨ, ਇੰਟਰਕਮ, ਸਪੀਕਰਸ, ਵਾਇਰਲੈਸ ਹੈਡਸੈਟਸ, ਵੀਡੀਓ ਕਾਨਫਰੈਂਸਿੰਗ, IP ਟੈਕਨੋਲੋਜੀ ਤੇ ਵੌਇਸਮੇਲ ਸਿਸਟਮਜ਼ ਵੀ ਉਪਲਬਧ ਹਨ। ਬਿਜ਼ਨਸ ਕਮਿਊਨੀਕੇਸ਼ਨ ਲਈ Panasonic ਇਕਵਿਪਮੈਂਟ ਵਰਤਦੇ ਐਨਸੈਟਲ ਕਮਿਊਨੀਕੇਸ਼ਨ ਨੂੰ ਹਮੇਸ਼ਾ ਯਾਦ ਰੱਖੋ। Panasonic ਦੇ ਸਮਾਨ ਦੀ ਗਾਰੰਟੀ ਤੇ ਐਨਸੈਟਲ ਪ੍ਰੋਫੈਸ਼ਨਲਜ਼ ਦੇ ਐਕਸਪੀਰੀਅੰਸ ਦਾ ਅੱਜ ਹੀ ਫਾਇਦਾ ਲਓ। ਸਵਾਗਤ ਕਰਦਾ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜਦੋਂ ਨਵੇਂ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੇ ਚੈਲੰਜਸ ਉਹਨਾਂ ਨੂੰ ਫੇਸ ਕਰਨੇ ਪੈਂਦੇ ਨੇ। ਐਜ਼ ਅ ਨਿਊ ਇਮੀਗ੍ਰੈਂਟ ਕਿਹੜੇ ਚੈਲੰਜਸ ਵਿੱਚੋਂ ਲੋਕ ਨਿਕਲਦੇ ਨੇ ਤੇ ਕਿਹੜੇ ਉਹਨਾਂ ਦੇ ਐਕਸਪੀਰੀਅੰਸ ਵਿੱਚੋਂ ਅਸੀਂ ਕੁਝ ਸਿੱਖ ਸਕਦੇ ਹਾਂ, ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਕਵਿਤਾ ਸੈਣੀ ਜੀ। ਜੀ ਆਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਕਵਿਤਾ ਜੀ, ਥੋੜਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕੈਨੇਡਾ ਕਦੋਂ ਆਏਗੇ? ਮੈਨੂੰ 4 ਸਾਲ ਹੋ ਗਏ ਆਏ ਇੱਥੇ। ਹਾਂ। I came here 4 years before. ਰਾਈਟ। ਸੋ ਇੱਥੇ ਆ ਕੇ ਉੱਥੇ ਇੰਡੀਆ 'ਚ ਕੀ ਕਰਦੇ ਸੀ ਤੇ ਇੱਥੇ ਆ ਕੇ ਵੈਨ ਯੂ ਕਮ ਓਵਰ ਹੇਅਰ, ਕਿਉਂਕਿ ਤੁਹਾਨੂੰ ਆਪਣੀ ਫੀਲਡ ਵਿੱਚ ਤਾਂ ਜੌਬ ਮਿਲਦਾ ਨਹੀਂ ਹੈਗਾ, ਤਾਂ ਕਿਸ ਤਰੀਕੇ ਦੇ ਚੈਲੰਜ ਵਿੱਚ ਤੁਸੀਂ ਲੰਘੇ ਹੈਗੇ? Just when we decide that we have to move from that country to a different country. जी. So we all have some expectations, right? And we think that we are going to be better than what we are right now. Right. We're going to be better than either career, either it's financially, Right. or we are looking for the career for the kids. ਜੀ। ਤੇ ਸਾਡਾ ਇਹ ਏਮ ਹੁੰਦਾ ਹੈ ਕਿ ਅਸੀਂ ਬੈਟਰ ਹੋਣਗੇ। ਬਿਲਕੁਲ। ਤੇ ਸਾਡੀ ਕੋਈ ਐਕਸਪੈਕਟੇਸ਼ਨ ਹੁੰਦੀ ਹੈ, ਰਾਈਟ? ਸੋ ਕੀ ਉਹ ਐਕਸਪੈਕਟੇਸ਼ਨਸ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਸ਼ੁਰੂ ਦੇ ਵਿੱਚ? ਇਟਸ ਅ ਸਟਰਗਲ, ਰਾਈਟ। ਇਟਸ ਅ ਸਲੋ ਸਟਰਗਲ, and it comes Right. with Slowly, time. gradually it comes with time. ਸੋ ਜਦੋਂ ਤੁਸੀਂ ਐਕਸਪੈਕਟੇਸ਼ਨ ਦੀ ਗੱਲ ਕਰਦੇ ਹੋ, ਜਦੋਂ ਇੰਡੀਆ, ਪਾਕਿਸਤਾਨ ਤੋਂ ਜਾਂ ਹੋਰ ਦੇਸ਼ਾਂ ਤੋਂ ਅਸੀਂ ਆਉਂਦੇ ਹਾਂ, ਹਾਂਜੀ। ਜਦੋਂ ਇੰਟਰਵਿਊਜ਼ ਹੁੰਦੀਆਂ ਨੇ, ਕੀ ਤੁਸੀਂ ਸਮਝਦੇ ਹੋ ਕਿ ਉਸ ਸਮੇਂ ਕੁਝ ਐਸਾ ਪ੍ਰੋਸੈਸ ਹੋਏ ਕਿ ਪਹਿਲਾਂ ਦੱਸ ਦਿੱਤਾ ਜਾਏ, ਕੀ ਦੱਸਿਆ ਜਾਂਦਾ ਹੈ ਉੱਥੇ ਕਿ ਬਈ ਤੁਸੀਂ ਉੱਥੇ ਜਾ ਰਹੇ ਹੋ, ਤੁਹਾਨੂੰ ਇਹ ਚੈਲੰਜਸ ਫੇਸ ਕਰਨੇ ਪੈਣਗੇ? See, it's internet world, and everybody is, looking for. Before coming here, they are just screening up what would be we facing जी. and what's it. But make one very sweet, innocent incident. I just want to put forth Sure. that suppose a puri family तैयार हो रही है. They want to come to Canada. जी. Everybody has an expectation. Right. Mother, father, kids, they're going through the medical, they're going to everything. ਜੀ। Now parents are looking to the finances and other aspects and career. ਹੁਣ ਇੱਕ ਛੋਟਾ ਜਿਹਾ ਬੱਚਾ ਹੈਗਾ, ਰਾਈਟ? ਜੀ। ਉਹ ਸੋਚਦਾ, ਉਹਦੀ ਕੋਈ ਐਕਸਪੈਕਟੇਸ਼ਨ ਹੈ ਕਿ ਕੀ ਕੈਨੇਡਾ ਜਾ ਕੇ ਕੀ ਹੋਏਗਾ, ਉਹਨੇ ਤਾਂ ਕੁਝ ਨਹੀਂ ਪਤਾ, ਰਾਈਟ? ਹੀ ਇਜ਼ ਗੋਇੰਗ ਟੂ ਗੋ ਵਿਦ ਹਿਸ ਪੇਰੈਂਟਸ। ਨਾਓ ਵਾਟ ਹੈਪਨਸ, ਹੀ ਸਟਾਰਟਸ ਥਿੰਕਿੰਗ, ਇੱਕ ਬੱਚੇ ਨੂੰ ਥਾਟ ਆਉਂਦੀ ਹੈ, ਉਹ ਮੈਂ ਸਕੂਲ ਜਾਵਾਂਗਾ, ਤੇ ਵਾਟਸ ਨਿਊ ਅਬਾਊਟ ਇਟ? ਤੇ ਉਹ ਸੋਚਦਾ ਹੈ ਮੈਨੂੰ ਲੋਕਰ ਮਿਲੇਗਾ ਸਕੂਲ 'ਚ। So now what's his fancy? His fancy is just locker, right? So day and night he's just dreaming, ਮੈਨੂੰ ਸਕੂਲ ਜਾ ਕੇ ਲੋਕਰ ਮਿਲੇਗਾ। ਉਹਨੂੰ ਨਹੀਂ ਪਤਾ ਉਹਨੂੰ ਕੀ ਸਟਰਗਲ ਆਣੀ ਹੈ, ਉਹਨੂੰ ਨਹੀਂ ਪਤਾ ਮੈਨੂੰ ਲੈਂਗੁਏਜ ਕੀ ਬੋਲਣੀ ਪੈਣੀ ਹੈ, ਪ੍ਰੋਬਲਮਸ ਆਣੀ, ਫਾਈਨੈਂਸ਼ੀਅਲ ਕੀ ਆਣੀ ਹੈ। ਤੇ ਮੇਰੀ ਐਕਸਟੈਂਡਡ ਫੈਮਿਲੀ ਹੈਗੀ ਹੈ, ਮੈਂ ਉਹਦੇ ਨਾਲ ਕੱਟ ਜਾਵਾਂਗਾ। ਹੀ ਡਜ਼ਨਟ ਨੋ ਐਨੀਥਿੰਗ, ਰਾਈਟ? ਸੋ ਹੀ ਕਮਸ ਟੂ ਕੈਨੇਡਾ, ਹੀ ਗੋਜ਼ ਟੂ ਸਕੂਲ. Expectation. Now we're talking about expectation and struggle. Expectation is that he wanted a locker. He goes to school, he gets a locker. But he doesn't get the top locker. He gets the one on the bottom. He gets frustrated, right? Because he had expectation of a locker, and he'd seen on the serials and all that I'll be leaning, whatever he had, Now he has to sit on the floor and, do his things. So now he has a struggle, and he had his expectation. Right. Now when the expectation was not up to the mark, his struggle becomes even more, more challenging. That's right. It becomes more tough. ਤੇ ਮੇਰਾ ਕਹਿਣ ਦਾ ਇਹ ਮਤਲਬ ਹੈਗਾ ਕਿ ਐਕਸਪੈਕਟੇਸ਼ਨ ਤਾਂ ਇੰਨੀ ਸਟਰੋਂਗ ਕਰਕੇ ਨਾ ਆਓ ਕਿ ਤੁਹਾਨੂੰ ਸਟਰਗਲ 'ਚ ਪ੍ਰੋਬਲਮ ਆਏ। ਰਾਈਟ। ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੇ ਮੁਲਕਾਂ 'ਚੋਂ ਅਸੀਂ ਆਏ, ਜਿਸ ਵੀ ਮੁਕਾਮ ਤੇ ਅਸੀਂ ਉੱਥੇ ਪਹੁੰਚੇ, ਤੁਸੀਂ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਬੱਚਿਆਂ ਨੂੰ ਤਾਂ ਕੁਝ ਪਤਾ ਨਹੀਂ, ਪਰ ਵੱਡੇ ਵੀ ਜਿਹੜੇ ਨੇ ਉਹ ਵੀ ਬਹੁਤ ਆਸਾਂ ਲੈ ਲੈਂਦੇ ਨੇ। ਪਰ ਇਹ ਅਸੀਂ ਭੁੱਲ ਜਾਂਦੇ ਕਿ ਜਿਹੜੇ ਮੁਲਕ 'ਚੋਂ ਅਸੀਂ ਆਏ ਉੱਥੇ ਵੀ ਅਸੀਂ ਸਟਰਗਲ ਕਰਕੇ ਕਿਸੇ ਮੁਕਾਮ ਤੇ ਪਹੁੰਚੇ ਸੀ। ਪਰ ਇਹ ਕਿਉਂ ਹੁੰਦਾ ਕਿ ਇੱਥੇ ਇਮੀਡੀਏਟਲੀ ਲੈਂਡ ਕਰਦੇ ਸਾਰੇ ਅਸੀਂ ਕਹਿੰਦੇ ਕਿ ਜਿਹੜਾ ਸਾਡਾ ਉੱਥੇ ਸਟੈਂਡਰਡ ਸੀ ਉਹ ਦੁਬਾਰਾ ਇਹ ਕਿੰਨਾ ਕੁ ਵੱਡਾ ਇੱਕ ਪ੍ਰੋਬਲਮ ਸਾਹਮਣੇ ਆਉਂਦੀ ਹੈਗੀ?
ਇੱਕ ਫੈਂਸੀ ਜਿਹੀ ਹੈਗੀ ਹੈ ਕਿ ਓਕੇ ਉੱਥੇ ਜਾਵਾਂਗੇ ਤੇ ਸਾਨੂੰ ਜੌਬ ਵੀ ਮਿਲ ਜਾਏਗੀ ਹਨ ਦੋ ਵੀ ਨੋ that our credentials are not going to be accepted. That's right. We're going to work again, right, starting from zero. So when you came, did you know ਕਿ ਤੁਹਾਡੇ ਜਿਹੜੇ credentials ਨੇ ਇੱਥੇ recognize ਨਹੀਂ ਹੋਣਗੇ? ਨਹੀਂ, I knew that. But ਕਿਉਂਕਿ ਮੈਂ IT ਤੇ ਫੀਲਡ ਜੁੜੇ ਸੀ ਤੇ ਮੈਨੂੰ ਸੀਗਾ ਕਿ ਕੁਛ ਨਾ ਕੁਛ ਤੇ IT ਜਗ੍ਹਾ ਮੈਨੂੰ ਕੁਛ ਮਿਲ ਹੀ ਜਾਏਗਾ, ਠੀਕ ਹੈ, but then IT ਦੇ ਫੀਲਡ ਤੋਂ ਮੈਨੂੰ ਨਹੀਂ ਮਿਲਿਆ, but it was something similar to that, so I still accepted it. My point is that be open. ਲਾਈਕ ਤੁਸੀਂ ਕੰਸਟ੍ਰੇਨ ਕਰਕੇ ਚਲੋਗੇ ਕਿ ਮੇਰਾ ਇਹੀ ਫੀਲਡ ਸੀਗਾ ਤੇ ਮੈਂ ਇਹਦੇ ਵਿੱਚ ਹੀ ਕਰਨਾ ਹੈਗਾ, ਠੀਕ, ਅੜੋ ਨਾ, ਮਤਲਬ ਐਡਜਸਟਮੈਂਟ ਕਰ ਲਓ ਤੇ ਜਿੱਥੇ ਵੀ ਤੁਹਾਨੂੰ ਕੁਝ ਹੁੰਦਾ ਹੈ ਉਹ ਕਰ ਲਓ ਤੁਸੀਂ। ਓਕੇ, ਇੱਕ ਹੋਰ ਚੀਜ਼ ਜਿਹੜੀ ਆਉਂਦੀ ਹੈਗੀ ਹੈ ਆਮ ਤੌਰ ਦੇ ਉੱਤੇ, ਕਿਉਂਕਿ ਹਸਬੈਂਡ ਵਾਈਫ ਆਏ, ਨਾਲ ਬੱਚੇ ਆਏ, ਦੋਨਾਂ ਨੂੰ ਕੰਮ ਕਰਨਾ ਪੈਂਦਾ ਹੈ, ਉਹਦਾ ਜਿਹੜਾ ਇੰਪੈਕਟ ਬੱਚਿਆਂ ਤੇ ਪੈਂਦਾ ਹੈਗਾ, ਉਹਦੇ ਬਾਰੇ ਤੁਸੀਂ ਥੋੜਾ ਜਿਹਾ ਜਿਹੜੇ ਸਟਰਗਲ ਚੋਂ ਲੰਘੇ ਉਹਦੇ ਬਾਰੇ ਕੀ ਤੁਹਾਡੀ ਐਡਵਾਈਸ ਹੋਏਗੀ ਕਿ ਕਿਸ ਤਰੀਕੇ ਨਾਲ ਬੱਚਿਆਂ ਨਾਲ ਡੀਲ ਕੀਤਾ ਜਾਏ? ਦੇਖੋ ਅਸੀਂ ਤਾਂ ਦੂਸਰੀ ਕੰਟਰੀ 'ਚ ਆ ਗਏ। ਵੈਨ ਆਈ ਲੁੱਕ ਐਟ ਦ CBC TV ਇਨ ਦ ਈਵਨਿੰਗ, ਸਾਡੇ ਪ੍ਰੀਮੀਅਰ ਹੈਗੇ ਨੇ ਕ੍ਰਿਸਟੀ ਕਲਾਰਕ, ਉਹ ਵੀ ਕਹਿੰਦੇ ਨੇ ਮੈਂ ਸ਼ਾਮ ਨੂੰ ਘਰ ਜਾਂਦੀ ਹਾਂ ਤੇ ਆਈ ਕਨੈਕਟ ਵਿਦ ਮਾਈ ਚਾਈਲਡ, ਰਾਈਟ। ਸੋ ਦ ਪੁਆਇੰਟ ਇਜ਼ when we are coming here, don't get so involved in the stress that you stop connecting with the child, with the family, because ਤੁਹਾਡਾ ਜਿਹੜਾ ਬੱਚਾ ਹੈਗਾ ਹੈ ਉਹ ਵੀ ਓਨੇ ਹੀ ਸਟ੍ਰੈਸ ਵਿੱਚੋਂ ਗੁਜ਼ਰ ਰਿਹਾ ਹੈਗਾ ਹੈ ਜਿੰਨੇ ਤੁਸੀਂ ਗੁਜ਼ਰ ਰਹੇ ਹੋਗੇ। ਹੇਅਰ one thing he has been taken away is your attention. ਉੱਥੇ ਜ਼ਿਆਦਾ ਸੀਗੀ, ਇੱਥੇ ਸਾਨੂੰ ਥੋੜੀ ਜਿਹੀ ਕਮ ਹੋ ਗਈ ਹੈਗੀ ਹੈ, ਰਾਈਟ, or maybe even it has become more less. I mean, you have just neglected your child maybe because you're so much involved in just stepping your foot, you know. So suppose ਉਹ ਸਕੂਲ ਜਾਂਦਾ ਸੀਗਾ, ਤੁਸੀਂ ਉਹਨੂੰ ਟਿਫਨ ਪੈਕ ਕਰਕੇ ਦੇ ਦਿੰਦੇ ਸੀਗੇ, ਇੱਥੇ ਵੀ ਤੁਸੀਂ ਟਿਫਨ ਪੈਕ ਕਰਕੇ ਦਿੰਦੇ ਹੋ ਪਰ ਉਹ ਕਹਿੰਦਾ ਮਮ ਮੈਨੂੰ ਇਸ ਤਰ੍ਹਾਂ ਦਾ ਨਹੀਂ ਚਾਹੀਦਾ, ਇਟ ਸ਼ੁੱਡ ਬੀ ਡਿਫਰੈਂਟ, ਰਾਈਟ। ਉਹ ਸਵੇਰੇ ਰੈਡੀ ਹੋ ਕੇ ਜਾਂਦਾ ਹੈ, ਉੱਥੇ ਤੁਸੀਂ ਟਾਈ ਪਾਉਂਦੇ ਹੋ, ਸ਼ੂਜ਼ ਪਾਉਂਦੇ ਹੋ, ਯੂ ਸੀ ਹਿਮ ਯੂਨੀਫਾਰਮ, ਇੱਥੇ ਨਹੀਂ ਹੁੰਦੀ ਹੈ। So when you see the child going casually, a question comes to your mind. Why so casual, right? You will tell him that dress properly. He said, no mom, I don't want to dress properly. This is not the way. I'm not saying it's wrong or right, but then he has his peer pressure. He needs to dress up that way. For some kids, it would be okay, it's fine. He feels casual is good. For some kids, it would be, oh my God, I'm not supposed to dress this way. So there is lots of things which parents need to communicate with the kids, you know, because even they are going through so much of stress. So communication is the key, what you are focusing upon, ਕਿ ਇਸ ਸਮੇਂ ਕਿਉਂਕਿ ਬੱਚਾ ਵੀ ਸਟ੍ਰੈਸ ਹੋ ਰਿਹਾ, ਤੁਸੀਂ ਵੀ ਲੰਘ ਰਹੇ ਹੋ, ਉਹ ਸਟ੍ਰੈਸ ਤੁਹਾਡਾ ਆਪਣੇ ਪਰਿਵਾਰ ਵਿੱਚ ਪਾੜਾ ਨਾ ਪਾ ਦੇ, ਬਲਕਿ ਕਮਿਊਨੀਕੇਸ਼ਨ ਸਟਰੋਂਗ ਹੋਵੇ। So even at the evening, even at maybe at night when you're having dinner, speak, like communicate with the kids, what happened, right? Share your feelings. Absolutely. Make it a point that everybody comes on the table and says something. ਬੱਚਿਆਂ ਨੂੰ ਥੋੜਾ ਉਕਸਾਓ ਕਿ okay ਕੀ ਹੋਇਆ ਸੀਗਾ, maybe they don't even want to say something. That's right. ਪਰ ਜਦੋਂ ਇਨਵੋਲਵ ਹੋਗੇ ਤੇ ਫਿਰ ਆਪਣੇ ਆਪ ਖੁੱਲਣਗੇ। ਓਕੇ, ਸੋ ਥਰਡ ਪੁਆਇੰਟ ਜਿਹੜਾ ਇੱਕ ਹੁੰਦਾ ਇੱਥੇ ਆ ਕੇ, ਕਿਉਂਕਿ ਨਵੀਂ ਕੰਟਰੀ ਹੁੰਦੀ ਹੈ, ਨਵਾਂ ਮੁਲਕ ਤੋਂ ਇਲਾਵਾ ਨਵੇਂ ਲੋਕ, ਹਰ ਚੀਜ਼ ਨਵਾਂ ਸਿਸਟਮ ਹੁੰਦਾ ਹੈ। ਅਸੀਂ ਜਿਹੜੇ ਸਿਸਟਮ 'ਚੋਂ ਆਏ ਹੋ ਇੱਕ ਵੱਖਰਾ ਸਿਸਟਮ ਇੱਥੇ ਵੱਖਰਾ ਹੁੰਦਾ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਉਹਦੇ 'ਚ ਐਡਜਸਟਮੈਂਟ ਕਿਵੇਂ ਤੇ ਕਿਹੜੀ ਕੋਈ ਤੁਸੀਂ ਚੈਲੰਜ 'ਚੋਂ ਲੰਘੇ ਜਿਹਦੇ 'ਚੋਂ ਕਿ ਤੁਸੀਂ ਸਾਡੇ ਨਵੇਂ ਇਮੀਗ੍ਰੈਂਟਸ ਨੂੰ ਸੁਚੇਤ ਕਰਨਾ ਚਾਹੁੰਦੇ ਹੈਗੇ? ਚੈਲੰਜਸ ਤੇ ਬਹੁਤ ਸਾਰੇ ਹੈਗੇ ਨੇ, ਰਾਈਟ। ਇਵਨ ਇੱਕ ਸਿੰਪਲ ਜਿਹੀ ਚੀਜ਼ ਲੈ ਲਓ ਤੁਸੀਂ, ਡਰਾਈਵਿੰਗ ਹੈਗੀ ਹੈ, ਉੱਥੇ ਲੈਫਟ ਹੈਂਡ ਹੈਗੀ ਹੈ, ਇੱਥੇ ਰਾਈਟ ਹੈਂਡ ਹੈਗੀ ਹੈ। If you go on the road, for some it might be very easy. Like for me, when I went on the road for the first time, I started drifting towards the left. Right? Even though my instructor was there, and he went crazy, you know. So it's for 15 years. It's a mind. Because you have been, driving the car over there. 20 years you've been driving there on that side, and now suddenly on the right side. So that's so even if you have learned driving, on first few years when you're on the road, that stress is there. Okay. Mistake na ho jaye, right? They, I mean, you're just under pressure all the time, right? ਉੱਥੇ ਹੁੰਦਾ ਹੈ ਤੁਸੀਂ ਗ੍ਰੀਨ ਲਾਈਟ ਵੀ ਦੇਖਦੇ ਹੋ, then you stop a little bit and then you go. ਇੱਥੇ green light means go. You just need to be confident. It's green light. My instructor, he used to shout at me
that are you so dumb that green means go and red means stop. Because by habit, you know, I used to just break out at green and then look ahead and then go. So छोटी छोटी चीज़ें होंदियां ने जेड़ी I mean pressure create कर रही है तुम्हारे को, but you don't realize they are making a pressure on you, but they are. Right. So ਇਹ ਸਾਰੀ ਚੀਜ਼ਾਂ ਵਿੱਚੋਂ ਤੁਹਾਡਾ ਕੀ ਐਡਵਾਈਸ ਹੋਏਗੀ ਨਵੇਂ ਇਮੀਗ੍ਰੈਂਟਸ ਜਿਹੜੇ ਇੱਥੇ ਆਏ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਐਕਸਪੀਰੀਅੰਸ ਵਿੱਚੋਂ ਕਿਹੜੀ ਚੀਜ਼ਾਂ ਦਾ ਮੁੱਖ ਧਿਆਨ ਰੱਖਿਆ ਜਾਵੇ? ਅਖੀਰ ਵਿੱਚ ਕੀ ਕਹੋਗੇ? ਪਹਿਲੇ ਤੇ ਫਰਸਟ ਥਿੰਗ ਐਜ਼ ਵੀ ਸਟਾਰਟਡ ਵਿਦ ਐਕਸਪੈਕਟੇਸ਼ਨਸ ਲੋ ਰੱਖੋ, ਠੀਕ ਹੈ, ਰਾਈਟ। ਸੈਕਿੰਡ, ਤੁਸੀਂ ਇੱਥੇ ਆਉਂਦੇ ਹੋ, ਬੀ ਓਪਨ, ਕਮਿਊਨੀਕੇਟ। ਈਵਨਿੰਗ 'ਚ ਤੁਸੀਂ ਸੋਸ਼ਲਾਈਜ਼ ਕਰੋ, ਗੁਰਦੁਆਰੇ ਜਾਓ, ਤੁਸੀਂ ਵੋਲੰਟੀਅਰ ਕਰੋ, ਬਿਕੋਜ਼ you don't know anything about here. The more you volunteer, the more you come to know about what's happening all around. And it's a good thing that even volunteering, it adds to your experience. Wherever you volunteer, it adds on to your experience. So my point would be, I would emphasize on I would just emphasize on ਜਿਹੜਾ ਤੁਸੀਂ ਕਿਹਾ ਕਿ ਇੱਕ ਤਾਂ ਸਲੋ ਹੋਵੋ, ਇੰਟਰੈਕਟ ਕਰੋ, ਦੂਸਰੇ ਨਾਲ ਸਾਂਝ ਪਾਓ। ਇਸ ਦੇ ਨਾਲ ਤੁਹਾਡਾ ਜਿਹੜਾ ਹੈਗਾ ਕਿ ਥੋੜਾ ਸਿਸਟਮ ਬਾਰੇ ਪਤਾ ਲੱਗੇਗਾ, ਵੋਲੰਟੀਅਰ ਵਰਕ ਰਾਹੀਂ ਨਵੇਂ ਲੋਕ ਮਿਲਣਗੇ, ਸੋ ਤੁਹਾਡਾ ਜਿਹੜਾ ਇੱਕ ਸਟ੍ਰੈਸ ਲੈਵਲ ਹੁੰਦਾ ਥੋੜਾ ਘਟੇਗਾ। the more you communicate, and of course as you very rightly said ਕਿ everything takes time, give yourself some time। ਇਹ ਨਾ ਐਕਸਪੈਕਟ ਕਰੋ ਕਿ ਜੀ ਇਮੀਡੀਏਟਲੀ ਸਭ ਕੁਝ ਹੋ ਜਾਏਗਾ, ਹੋਏਗਾ ਸਭ, ਲੇਕਿਨ ਸਹਿਜ ਪੱਕੇ ਸੋ ਮੀਠਾ ਹੋਏ, ਜਿਹਨੂੰ ਅਸੀਂ ਕਹਿੰਦੇ ਕਿ ਹੌਲੀ ਹੋਏਗਾ। ਤੁਹਾਡਾ ਬਹੁਤ ਧੰਨਵਾਦ ਇੱਥੇ ਆ ਕੇ ਤੁਸੀਂ ਸਾਡੇ ਨਾਲ ਸਾਂਝ ਪਾਈ ਅਤੇ ਆਪਣੇ ਐਕਸਪੀਰੀਐਂਸਿਸ ਰਾਹੀਂ ਜਿਹੜੇ ਨਵੇਂ ਇਮੀਗ੍ਰੈਂਟਸ ਨੇ ਤੁਸੀਂ ਮੈਸੇਜ ਦਿੱਤਾ ਹੈ, ਕਿਉਂਕਿ ਇਸ ਪ੍ਰੋਗਰਾਮ ਸਾਡਾ ਮਕਸਦ ਇਹ ਹੈਗਾ ਕਿ ਸਭ ਦਾ ਆਪਣਾ ਪ੍ਰੋਗਰਾਮ ਹੈਗਾ, ਆਪਣੇ ਐਕਸਪੀਰੀਐਂਸਿਸ ਰਾਹੀਂ ਜੇਕਰ ਅਸੀਂ ਕੋਈ ਗੱਲਬਾਤ ਕਰਾਂਗੇ ਤਾਂ ਉਸ ਨਾਲ ਡੈਫੀਨਿਟਲੀ ਬੈਨੀਫਿਟ ਹੋਏਗਾ। ਥੈਂਕ ਯੂ ਵੈਰੀ ਮਚ ਫॉर योर टाइम। ਥੈਂਕ ਯੂ।